ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ। ਸਾਡੇ ਨਾਲ ਜਿੰਨੇ ਵੀ ਦਰਸ਼ਕ ਜੁੜੇ ਨੇ, ਦਰਸ਼ਕ ਜਿਵੇਂ ਸਾਰੇ ਲੋਕ ਜਾਣਦੇ ਨੇ ਕਿ ਇਸ ਵੇਲੇ ਵੱਡੇ ਤੌਰ ਤੇ ਦੇਸ਼ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦਾ ਜਿਹੜਾ ਵੱਡੇ ਤੌਰ ਤੇ ਪ੍ਰਕੋਪ ਚੱਲ ਰਿਹਾ, ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਵੀ ਹੈ ਔਰ ਡਰ ਮੈਨੂੰ ਲੱਗਦਾ ਕਿ ਸੁਭਾਵਿਕ ਵੀ ਹੈ, ਕਿਉਂਕਿ ਮੌਤਾਂ ਦੀ ਜਿਹੜੀ ਗਿਣਤੀ ਹੈ ਜੇ ਅਸੀਂ ਓਵਰਸੀਜ਼ ਦੇਖੀਏ ਤਾਂ ਬਹੁਤ ਜ਼ਿਆਦਾ, ਔਰ ਜਿਹੜੇ ਭਾਰਤ ਦੇ ਵਿੱਚ ਵੀ ਹਾਲਾਤ ਲਗਾਤਾਰ ਜਿਹੜੇ ਹੱਥੋਂ ਬਾਹਰ ਹੁੰਦੇ ਜਾ ਰਹੇ ਨੇ ਕਈ ਇਲਾਕਿਆਂ ਦੇ ਵਿੱਚ। ਔਰ ਖਾਸ ਤੌਰ ਤੇ ਜੇਕਰ ਪੰਜਾਬ ਦੀ ਗੱਲ ਕਰੀ ਤਾਂ ਬੀਤੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੀ ਕੇਸਾਂ ਦੀ ਗਿਣਤੀ ਹੈ ਉਹ ਕਾਫੀ ਜ਼ਿਆਦਾ ਬੇਹੱਦ ਤੇਜ਼ੀ ਦੇ ਨਾਲ ਵਧੀ ਹੈ ਅਤੇ ਜਿਹੜੀਆਂ ਮੌਤਾਂ ਨੇ ਉਹਨਾਂ ਦੀ ਜੇਕਰ ਅਸੀਂ ਆંકੜਾ ਦੇਖੀਏ ਦੂਜੇ ਸੂਬਿਆਂ ਦੇ ਨਾਲੋਂ ਜਾਂ ਦੂਜੇ ਇਲਾਕਿਆਂ ਦੇ ਨਾਲੋਂ, ਉਹ ਵੀ ਵੱਧ ਹੈ ਕਰੋਨਾ ਪੇਸ਼ੈਂਟ ਪੋਜ਼ਿਟਿਵ ਮਰੀਜ਼ਾਂ ਪਿੱਛੇ। ਇੱਥੇ ਸਮੇਂ-ਸਮੇਂ ਤੇ ਅਸੀਂ ਡਾਕਟਰਸ ਨੂੰ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਹਾਂ, ਕਿਉਂਕਿ ਇੱਕ ਜਿਹੜਾ ਮਾਹਰ ਹੈ, ਜਿਹੜਾ ਆਪਣੇ ਕਿੱਤੇ ਦਾ ਮਾਹਰ ਹੈ, ਉਹ ਬੇਹੱਦ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਰਾਏ ਦੇ ਸਕਦਾ ਹੈ। ਕਿਉਂਕਿ ਜਿਸ ਤਰ੍ਹਾਂ ਕਿ ਬਾਰ-ਬਾਰ ਕਿਹਾ ਜਾ ਰਿਹਾ ਕਿ ਕਰੋਨਾ ਵਾਇਰਸ ਦਾ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ, ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ। ਤੇ ਇਸ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ ਸੀਨੀਅਰ MD ਮੈਡੀਸਨ ਡਾਕਟਰ ਨੇ, ਡਾਕਟਰ GS ਗਰੇਵਾਲ ਸਾਡੇ ਨਾਲ ਮੌਜੂਦ ਨੇ। ਲੰਮਾ ਸਮਾਂ ਇਸ ਪੇਸ਼ੇ ਦੇ ਨਾਲ ਜੁੜੇ ਹੋਏ ਨੇ ਔਰ ਕਾਫੀ ਅਹੁਦਿਆਂ ਦੇ ਉੱਤੇ ਵੀ ਰਹਿ ਚੁੱਕੇ ਨੇ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਬੇਹੱਦ ਸਰਲ ਤਰੀਕੇ ਦੇ ਨਾਲ ਇੱਕ ਚੀਜ਼ ਜਾਣਨੀ ਚਾਹਾਂਗੇ ਕਿ ਕਰੋਨਾ ਵਾਇਰਸ ਦਾ ਜਿਹੜਾ ਬਹੁਤ ਵੱਡਾ ਇਸ ਵੇਲੇ ਦੇਸ਼ ਦੁਨੀਆ ਦੇ ਉੱਤੇ ਖਤਰਾ ਹੈਗਾ ਹੈ, ਕਿੰਨਾ ਕੁ ਲੋਕਾਂ ਨੂੰ ਡਰਨ ਦੀ ਲੋੜ ਹੈ ਤੇ ਮੁਕਾਬਲਾ ਲੋਕ ਕਿਸ ਤਰ੍ਹਾਂ ਕਰ ਸਕਦੇ ਨੇ? ਕਿਉਂਕਿ ਇਹ ਚੀਜ਼ਾਂ ਤਾਂ ਬਹੁਤ ਲੋਕਾਂ ਨੇ ਸੁਣ ਲਿਆ ਕਿ ਮਾਸਕ ਪਾ ਕੇ ਰੱਖੋ, ਹੱਥਾਂ ਨੂੰ ਬਾਰ-ਬਾਰ ਧੋਵੋ, ਔਰ ਇਹ ਵੀ ਚੀਜ਼ ਕਹੀ ਜਾ ਰਹੀ ਹੈ ਕਿ ਪੋਜ਼ਿਟਿਵ ਥਿੰਕਿੰਗ ਬਹੁਤ ਜ਼ਿਆਦਾ ਵਾਈਟਲ ਰੋਲ ਪਲੇ ਕਰਦੀ ਹੈ ਇਹਦੇ ਨਾਲ ਲੜਨ ਦੇ ਵਿੱਚ। ਦੇਖੋ ਜੀ, ਉਹ ਕਰੋਨਾ ਵੀ ਇੱਕ ਵਾਇਰਸ ਆ। ਆਪਣੇ ਇਹ ਪਹਿਲਾ ਵਾਇਰਸ ਨਹੀਂ ਆਇਆ, ਆਪਣੇ ਕਈ ਸਾਲਾਂ ਤੋਂ ਆਪਾਂ ਸੁਣਦੇ ਆ ਰਹੇ ਹਾਂ। ਪਹਿਲਾਂ ਇੱਥੇ ਸਵਾਈਨ ਫਲੂ ਜਿਹਨੂੰ ਕਹਿੰਦੇ ਸੀਗੇ, ਉਹਦੇ ਨਾਲ ਵੀ ਮੌਤਾਂ ਬਹੁਤ ਹੁੰਦੀਆਂ। ਫਿਰ ਆਪਣੇ ਡੇਂਗੀ ਵਾਇਰਸ ਆ, ਜਿਹੜਾ ਡੇਂਗੀ ਮੱਛਰ ਤੋਂ ਵਾਇਰਸ ਆਉਂਦਾ, ਉਹਦੇ ਨਾਲ ਵੀ ਮੌਤਾਂ ਹੁੰਦੀਆਂ ਨੇ। ਫਿਰ ਇੱਕ ਸਾਰਸ ਵਾਇਰਸ ਹੈ, ਉਹਦੇ ਨਾਲ ਵੀ ਮੌਤਾਂ ਹੁੰਦੀਆਂ ਨੇ। ਇੱਕ ਐਬੋਲਾ ਵਾਇਰਸ ਹੈਗਾ, ਉਹਦੇ ਨਾਲ ਹੀ ਮੌਤਾਂ ਹੁੰਦੀਆਂ ਨੇ। ਕਰੋਨਾ ਦਾ ਇਸ ਬਾਰੇ ਦੁਨੀਆ ਵਿੱਚ ਡਰ ਕਿਉਂ ਪੈ ਗਿਆ? ਉਹ ਡਰ ਇਸ ਕਰਕੇ ਪੈ ਗਿਆ ਕਿ ਇਹਨੇ ਸਾਰੀ ਦੁਨੀਆ ਤੇ ਇੱਕੋ ਤਰ੍ਹਾਂ ਤੇ ਹਮਲਾ ਕਰਤਾ। ਅੱਗੇ ਹੁੰਦਾ ਸੀ ਕਿ ਇੱਕ ਜਗ੍ਹਾ ਤੇ ਹੁੰਦਾ ਸੀ, ਇੱਕ ਪੈਚ ਵਿੱਚ ਹੁੰਦਾ ਸੀ, ਉੱਥੇ ਹੋ ਕੇ ਠੀਕ ਹੋ ਕੇ ਕੁਛ ਮੌਤਾਂ ਹੋ ਜਾਣੀਆਂ, ਕੁਛ ਠੀਕ ਹੋ ਜਾਣਾ, ਤੇ ਉਹਦਾ ਪਤਾ ਨਹੀਂ ਸੀ ਲੱਗਦਾ ਤੇ ਲੋਕੀ ਉਸ ਨੂੰ ਬੜਾ ਲਾਈਟਲੀ ਲੈਂਦੇ ਸੀਗੇ। ਇਹ ਇੱਕਦਮ ਸਾਰੀ ਦੁਨੀਆ ਵਿੱਚ ਆ ਗਿਆ। ਕਰੋਨਾ ਇਨਫੈਕਸ਼ਨ ਜਿਹੜੀ ਆ ਕੋਈ ਦੂਜੀ ਵਾਇਰਸ ਇਨਫੈਕਸ਼ਨ ਨਾਲ ਕੋਈ ਵੱਖਰੀ ਇਨਫੈਕਸ਼ਨ ਨਹੀਂ ਹੈ। ਜਿਵੇਂ ਦੂਸਰੀ ਵਾਇਰਸ ਵੀ ਤੁਹਾਨੂੰ ਜੇ ਕੋਈ ਸਵਾਈਨ ਫਲੂ ਵੀ ਹੋਊ ਜਾਂ ਹੋਰ ਵਾਇਰਲ ਇਨਫੈਕਸ਼ਨ ਵੀ ਹੋਊ ਤਾਂ ਤੁਹਾਨੂੰ ਸਰੀਰ ਵਿੱਚ ਦਰਦਾਂ ਉਦੋਂ ਵੀ ਹੋਣੀਆਂ ਨੇ, ਤੁਹਾਨੂੰ ਜ਼ੁਕਾਮ ਉਦੋਂ ਵੀ ਲੱਗ ਸਕਦਾ, ਜਿਹਨੂੰ ਆਪਾਂ ਸੀਜ਼ਨਲ ਫਲੂ ਕਹਿੰਦੇ ਆ। ਫਿਰ ਤੁਹਾਨੂੰ ਉਹਦੇ 'ਚ ਤੁਹਾਨੂੰ ਖੰਘ ਵੀ ਆ ਸਕਦੀ ਹੈ। ਲੇਕਿਨ ਕਰੋਨਾ ਨੇ ਇੱਕ ਐਸਾ ਰੂਪ ਧਾਰ ਲਿਆ, ਇਹਦਾ ਦੁਨੀਆ ਭਰ ਵਿੱਚ ਇੰਨਾ ਪ੍ਰਚਾਰ ਹੋ ਗਿਆ ਕਿ ਜੇ ਹੁਣ ਕਿਸੇ ਨੂੰ ਰੂਟੀਨ ਵਿੱਚ ਵੀ ਖੰਘ ਜਾਂ ਖਾਂਸੀ ਆ ਜਾਂਦੀ ਆ, ਬਿਲਕੁਲ ਬਿਲਕੁਲ, ਜਾਂ ਉਹਨੂੰ ਨਿੱਛ ਆ ਜਾਂਦੀ ਆ, ਉਹਨੂੰ ਡਰ ਲੱਗ ਜਾਂਦਾ ਕਿ ਮੈਨੂੰ ਕਰੋਨਾ ਤਾਂ ਨਹੀਂ ਹੋ ਗਿਆ। ਪਹਿਲੀ ਗੱਲ ਤਾਂ ਮੈਂ ਦਰਸ਼ਕਾਂ ਨੂੰ ਇਹ ਚੀਜ਼ ਦਾ ਅਹਿਸਾਸ ਦਿਵਾਉਣਾ ਚਾਹੁੰਦਾ ਕਿ ਕਰੋਨਾ ਹੋਣਾ ਕੋਈ ਮੌਤ ਨਹੀਂ ਹੈ। ਕਰੋਨਾ ਵਿੱਚ 100 ਤੋਂ 96 ਆਦਮੀਆਂ ਨੂੰ ਕੁਛ ਨਹੀਂ ਪਤਾ ਹੁੰਦਾ, ਕੁਛ ਨਹੀਂ ਲੱਗਦਾ। ਸਿਰਫ 3 ਤੋਂ 4% ਲੋਕੀ ਉਹ ਹੁੰਦੇ ਨੇ ਜਿਨ੍ਹਾਂ ਨੂੰ ਕਿ ਕੋਈ ਕੰਪਲਿਕੇਸ਼ਨ ਹੁੰਦੀ ਹੈ। ਕੰਪਲਿਕੇਸ਼ਨ ਪਹਿਲਾਂ ਹੁੰਦੀ ਸੀ, ਸਾਹ ਦੀ ਕਹਿੰਦੇ ਸੀ। ਹੁਣ ਇਹਦੇ ਨਵੀਆਂ ਜਿਹੜੀਆਂ ਸਟੱਡੀਜ਼ ਆ ਰਹੀਆਂ ਨੇ, ਇਹ ਕਿਸੇ ਵੀ ਆਰਗਨ ਤੇ ਤੁਹਾਡੇ ਤੇ ਹਮਲਾ ਕਰ ਸਕਦਾ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਰੈਸਪੀਰੇਟਰੀ ਜਿਹੜਾ ਤੁਹਾਡਾ ਸਿਸਟਮ ਹੈ ਉਹਦੇ ਉੱਤੇ ਇਹ ਅਟੈਕ ਕਰਦਾ ਹੈ। ਔਰ ਡਾਕਟਰ ਸਾਹਿਬ ਇੱਕ ਚੀਜ਼ ਇਹ ਵੀ ਜਾਣਨੀ ਚਾਹੁੰਦੇ ਹਾਂ ਕਿ ਲੋਕਾਂ ਦੇ ਵਿੱਚ ਜਿਹੜਾ ਖੌਫ ਬਣਿਆ ਹੋਇਆ ਹੈ, ਜਿਵੇਂ ਤੁਸੀਂ ਕਹਿ ਕੇ ਹਟੇ ਹੋ ਕਿ 96% ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੂੰ ਕਰੋਨਾ ਹੋਇਆ। ਇਹ ਕਹਿੰਦੇ ਕਿ ਕਈਆਂ ਨੂੰ ਹੋ ਕੇ ਆਪਣੇ ਆਪ ਠੀਕ ਵੀ ਹੋ ਜਾਂਦਾ ਹੈ, ਔਰ ਕਿਉਂਕਿ ਇਮਿਊਨ ਸਿਸਟਮ ਤੁਹਾਡਾ ਫਾਈਟ ਕਰਦਾ ਇਹਦੇ ਨਾਲ। ਬਿਲਕੁਲ ਠੀਕ ਹੈ ਜੀ, ਬਿਲਕੁਲ ਸਹੀ ਗੱਲ ਹੈ। ਇਮਿਊਨ ਸਿਸਟਮ ਫਾਈਟ ਕਰਦਾ ਤੇ ਇਹ ਫਾਈਟ ਕਰਕੇ ਬਲਕਿ ਤੁਹਾਨੂੰ ਕਈਆਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਨੂੰ ਕਰੋਨਾ ਹੋਇਆ ਸੀ ਤੇ ਠੀਕ ਵੀ ਹੋ ਗਏ ਨੇ। ਸੋ ਇਸ ਚੀਜ਼ ਤੋਂ ਇੰਨੀ ਡਰਨ ਵਾਲੀ ਗੱਲ ਨਹੀਂ। ਇਸ ਵਿੱਚ ਇਹਤਿਆਤ ਸਭ ਤੋਂ ਵੱਡਾ ਇਲਾਜ ਹੈ। ਇਹਤਿਆਤ ਹੀ ਸਭ ਤੋਂ ਵੱਡੀ ਇਹਦੀ ਦਵਾਈ ਹੈ। ਇਹਤਿਆਤ ਹੀ ਇਹਦਾ ਇਲਾਜ ਹੈ। ਅੱਜ ਦੀ ਦਿਹਾੜੀ ਜਿੰਨਾ ਚਿਰ ਇਹਦੀ ਵੈਕਸੀਨ ਨਹੀਂ ਆਉਂਦੀ ਉਹਨਾਂ ਚਿਰ ਇਹਤਿਆਤ ਹੀ ਇਹਦਾ ਇਲਾਜ ਹੈ। ਬਿਲਕੁਲ ਇਹਤਿਆਤ ਵਿੱਚ ਹਾਂਜੀ ਬਿਲਕੁਲ। ਔਰ ਡਾਕਟਰ ਸਾਹਿਬ ਇੱਕ ਚੀਜ਼ ਕਹੀ ਜਾ ਰਹੀ ਹੈ, ਕਿਉਂਕਿ ਦੇਸੀ ਚੀਜ਼ਾਂ ਦੇ ਬਹੁਤ ਲੋਕ ਕਹਿ ਰਹੇ ਨੇ ਕਿ ਜੀ ਤੁਲਸੀ ਦਾ ਸੇਵਨ ਕਰ ਲਿਆ ਜਾਵੇ, ਜਾਂ ਫਿਰ ਕੋਈ ਕਹਿ ਰਿਹਾ ਕਿ ਵਿਟਾਮਿਨ C ਖਾਧਾ ਜਾਵੇ। ਗੋਲੀਆਂ ਬਹੁਤ ਕਹਿੰਦੇ ਵਿਕ ਰਹੀਆਂ ਨੇ, ਬਲੈਕ ਦੇ ਵਿੱਚ ਵਿਕ ਰਹੀਆਂ ਨੇ ਇਨਫੈਕਟ, ਔਰ ਸੈਨੀਟਾਈਜ਼ਰ ਤੇ ਮਾਸਕ ਤਾਂ ਖੈਰ ਉਹ ਚੀਜ਼ ਹੀ ਘੱਟ ਹੋ ਜਾਂਦੀ। ਇਹਦੇ ਬਾਰੇ ਵੀ ਡਾਕਟਰ ਸਾਹਿਬ ਥੋੜ੍ਹਾ ਜਾਣਨਾ ਚਾਹਾਂਗੇ। ਸਰਲ ਚੀਜ਼ਾਂ ਦੇ ਵਿੱਚ ਵੈਸੇ ਤਾਂ ਕਿਸੇ ਡਾਕਟਰ ਦੇ ਕੋਲੋਂ ਇਹ ਚੀਜ਼ ਪੁੱਛੀ ਜਾਣੀ ਚਾਹੀਦੀ ਹੈ। ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕ, ਸਾਨੂੰ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਇਸ ਵੇਲੇ ਸੁਣ ਰਹੇ ਹੋ, ਜਦੋਂ ਸੁਣਨਗੇ ਜਾਂ ਸੁਣ ਰਹੇ ਨੇ ਲੋਕ, ਇਹ ਵੀ ਚੀਜ਼ ਜਾਣਨੀ ਚਾਹੁੰਦੇ ਹਾਂ ਕਿ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਇਮਿਊਨ ਸਿਸਟਮ ਨੂੰ ਲੋਕ ਸਟਰੋਂਗ ਕਰ ਸਕਦੇ ਨੇ ਘਰ ਬੈਠੇ।
ਦੇਖੋ ਜੀ, ਜਿਹੜਾ ਬੰਦਾ ਘਰ ਦੀ ਖੁਰਾਕ ਵਧੀਆ ਖਾਂਦਾ, ਹੂੰ 2 ਟਾਈਮ ਵਧੀਆ ਰੋਟੀ ਖਾਂਦਾ ਔਰ ਭੁੱਖ ਲੱਗਦੀ ਆ, ਖੁਰਾਕ ਖਾਂਦਾ, ਉਹਨੂੰ ਕਿਸੇ ਐਡੀਸ਼ਨਲ ਚੀਜ਼ ਦੀ ਲੋੜ ਨਹੀਂ। ਜੀ ਵਿਟਾਮਿਨ ਸੀ ਡੈਫੀਨਿਟਲੀ ਇਮਿਊਨਿਟੀ ਵਧਾਉਂਦੀ ਆ, ਲੇਕਿਨ ਜੇ ਤੁਸੀਂ ਤੁਹਾਡੀ ਖੁਰਾਕ ਖਾਂਦੇ ਹੋ, ਤੁਸੀਂ ਸਿਟਰਸ ਫਰੂਟ ਨਾਲ ਖਾਂਦੇ ਹੋ, ਹੂੰ ਸਿਟਰਸ ਫਰੂਟ ਵਿੱਚ, ਹਰੀ ਮਿਰਚ ਵਿੱਚ, ਔਲਿਆਂ ਵਿੱਚ ਵਾਧੂ ਵਿਟਾਮਿਨ ਸੀ ਹੁੰਦੀ ਆ। ਹੂੰ ਉਹਨੂੰ ਸੈਪਰੇਟ ਗੋਲੀ ਖਾਣ ਦੀ ਕੋਈ ਲੋੜ ਨਹੀਂ। ਹੂੰ ਇਸ ਤਰ੍ਹਾਂ ਦਾ ਕਈ ਟਰੇਸ ਮੈਟਲਸ ਵੀ ਨੇ, ਜਿਵੇਂ ਜ਼ਿੰਕ ਹੋਇਆ, ਸੈਲੀਨੀਅਮ ਹੋਇਆ, ਹੂੰ ਇਹ ਸਾਰਿਆਂ ਨਾਲ ਤੁਹਾਡੀ ਇਮਿਊਨਿਟੀ ਵੱਧਦੀ ਆ। ਬਿਲਕੁਲ ਲੇਕਿਨ ਇਮਿਊਨਿਟੀ ਜਿਹੜੇ ਬੰਦੇ ਦੀ ਪਹਿਲਾਂ ਵੀ ਹੈ, ਹੂੰ ਉਹਦੀ ਵੀ ਉਵੇਂ ਵੱਧਦੀ ਰਹਿਣੀ ਹੈ। ਜੀ ਉਹਨੂੰ ਕੋਈ ਡਰਨ ਦੀ ਲੋੜ ਨਹੀਂ ਕਿਸੇ ਚੀਜ਼ ਤੋਂ। ਬਿਲਕੁਲ। ਅੱਛਾ ਡਾਕਟਰ ਸਾਹਿਬ, ਜੇ ਆਪਾਂ ਪੰਜਾਬ ਦੇ ਹਾਲਾਤਾਂ ਦੇ ਮੌਜੂਦਾ ਸਮੇਂ ਦੇ ਵਿੱਚ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਹੁਣ ਕੇਸ ਕਾਫੀ ਜ਼ਿਆਦਾ ਹਜ਼ਾਰ ਦੇ ਉੱਤੋਂ ਟੱਪ ਚੁੱਕੇ ਨੇ ਕੇਸ। ਪੰਜਾਬ ਦੀ ਕੀ ਸਥਿਤੀ ਦੇਖਦੇ ਹੋ ਇਸ ਵੇਲੇ, ਬੀਇੰਗ ਅ ਡਾਕਟਰ, ਇੱਕ ਡਾਕਟਰ ਦੇ ਨਜ਼ਰੀਏ ਦੇ ਨਾਲ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਚਿੰਤਿਤ ਹਾਲਾਤ ਨੇ ਜਾਂ ਹਾਲਾਤ ਕਿਵੇਂ ਮੰਨਦੇ ਹੋ, ਕਾਬੂ ਦੇ ਵਿੱਚ ਨੇ? ਦੇਖੋ ਜੀ, ਇਹਨਾਂ ਹਾਲਾਤਾਂ ਨੂੰ ਅਸੀਂ 2 ਚੀਜ਼ਾਂ ਨਾਲ, 2 ਪੱਖੋਂ ਦੇਖ ਸਕਦੇ ਹਾਂ। ਜੀ ਇੱਕ ਪੱਖ ਇਹ, ਅਸੀਂ ਇਹ ਮੈਂ ਪੱਕਾ ਕਹਿ ਸਕਦਾ ਕਿ ਅਸੀਂ ਇਹੋ ਜਿਹੇ ਕਿਸੇ ਵੀ ਪੈਂਡੈਮਿਕ ਨੂੰ ਸੰਭਾਲਣ ਦੇ ਕਾਬਿਲ ਨਹੀਂ ਆ, ਹੂੰ ਕਿਉਂਕਿ ਜਿਸ ਜਲਦੀ ਨਾਲ ਆਇਆ, ਇਹਦੀ ਵਾਰਨਿੰਗ ਜਨਵਰੀ ਵਿੱਚ WHO ਨੇ ਸਾਰੇ ਦੁਨੀਆ ਨੂੰ ਦੇਤੀ ਸੀ। ਜੀ 30 ਜਨਵਰੀ ਨੂੰ ਉਹਨਾਂ ਨੇ ਪੈਂਡੈਮਿਕ ਕਲੀਅਰ ਕਰਤਾ ਸੀ, ਹੂੰ ਲੇਕਿਨ ਆਪਣੇ ਦੇਸ਼ ਵਿੱਚ ਕੋਈ ਰਿਐਕਸ਼ਨ ਨਹੀਂ ਹੋਇਆ, ਨਾ ਆਪਣੀ ਸਟੇਟ ਵਿੱਚ ਕੋਈ ਰਿਐਕਸ਼ਨ ਹੋਇਆ। ਬਿਲਕੁਲ ਦੇਸ਼ ਲੇਟ ਇਹਨਾਂ ਨੇ ਵੱਲੋਂ ਕੀਤਾ ਗਿਆ, ਕਿਉਂਕਿ ਫਰਵਰੀ ਦੇ ਵਿੱਚ ਤਾਂ ਡੋਨਲਡ ਟਰੰਪ ਸੀਗੇ ਭਾਰਤ ਫੇਰੀ ਤੇ। ਹਾਂਜੀ, ਉਦੋਂ ਤੱਕ ਤਾਂ ਇਹ ਲੱਗ ਰਿਹਾ ਸੀ ਜਿਵੇਂ ਇੱਥੇ ਬਾਕੀ ਕਿਤੇ ਚੀਨ ਵਿੱਚ ਹੋਣਾ, ਸਾਡੇ ਆਉਣਾ ਨਹੀਂ ਇਹਨੇ। ਹੂੰ ਹੂੰ ਇਹ ਇਹਨਾਂ ਦਾ ਖਿਆਲ ਸੀ ਸ਼ਾਇਦ ਇੱਥੇ ਪਾਸਪੋਰਟ ਬਣਾਊਗਾ ਤੇ ਫਿਰ ਇੱਥੇ ਆਊਗਾ, ਉਹ ਤਾਂ ਆਪਾਂ ਸਾਂਭ ਲਾਂਗੇ। ਹੂੰ ਪਰ ਲੇਕਿਨ ਉਹਨੇ ਬਗੈਰ ਪਾਸਪੋਰਟ ਤੋਂ, ਜਿਹੜੇ ਬਾਹਰੋਂ ਤੋਂ ਆਪਣੇ ਆਉਂਦੇ ਸੀਗੇ ਇਹਨਾਂ ਦੇਸ਼ਾਂ ਤੋਂ ਲੋਕੀ, ਹੂੰ ਉਹਨਾਂ ਨਾਲ ਵਾਧੂ ਆ ਗਏ ਸੀਗੇ ਇਹ, ਤੇ ਇਹਨਾਂ ਨੂੰ ਬਾਹਰ, ਫਿਰ ਇਹਨਾਂ ਨੇ ਪਹਿਲਾਂ ਤਿਆਰੀ ਨਹੀਂ ਸੀ, ਬਾਅਦ ਵਿੱਚ ਪੈਨਿਕ ਰਿਐਕਸ਼ਨ ਹੋ ਗਿਆ। ਹੂੰ ਪੈਨਿਕ ਰਿਐਕਸ਼ਨ ਹੋਣ ਕਰਕੇ ਕੋਈ ਮਿਸਹੈਪਸ ਹੋ ਜਾਂਦੇ ਨੇ। ਹੂੰ ਮੈਂ ਇੱਕ ਲੁਧਿਆਣੇ ਦੀ ਮਿਸਾਲ ਹੀ ਦਿੰਦਾ। ਜੀ ਜੀ ਇੱਕ 42 ਸਾਲ ਦੀ ਔਰਤ ਸੀ ਇੱਥੇ, ਹੂੰ ਉਹਨੂੰ ਕਰੋਨਾ ਹੋਇਆ ਤਾਂ ਉਹਨੂੰ ਸਾਹ ਦੀ ਤਕਲੀਫ ਹੋਈ। ਇੱਕ ਮੇਰੇ ਡਾਕਟਰ ਵੀਰਾਂ ਨੂੰ ਵੀ, ਹੈਲਥ ਕੇਅਰ ਵਾਲਿਆਂ ਨੂੰ ਵੀ, ਕਿਸੇ ਵੀ ਬੰਦੇ ਨੂੰ ਸਾਹ ਚੜਿਆ ਹੋਵੇ, ਹੂੰ ਉਹ ਤੋਂ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ। ਮੈਂ ਵੀ ਸਾਹ ਦੇ ਮਰੀਜ਼ ਦੇਖਦਾ, ਹੁਣ ਵੀ ਦੇਖਦਾ। ਹੂੰ ਹਰ ਕੋਈ ਸਾਹ ਦੇ ਮਰੀਜ਼ ਨੂੰ ਪਹਿਲੀ ਗੱਲ ਤਾਂ ਕਰੋਨਾ ਨਹੀਂ ਹੁੰਦਾ। ਹੂੰ ਹੂੰ ਦੂਸਰਾ, ਜੇ ਹੋਊਗਾ ਤਾਂ ਇਹ ਕੋਈ ਐਡਾ ਹਊਆ ਨਹੀਂ ਕਿ ਸਾਨੂੰ ਖਾ ਜਾਊਗਾ, ਹੂੰ ਹੂੰ ਬਲਕਿ ਉਸ ਮਰੀਜ਼ ਨੂੰ ਸਾਨੂੰ ਇੱਕ ਜੰਗੀ ਤੌਰ ਤੇ ਲੜ ਕੇ ਉਹਨੂੰ ਬਚਾ ਲੈਣਾ ਚਾਹੀਦਾ ਸੀ। ਉਸ ਔਰਤ ਨੂੰ ਇੱਥੇ ਵੈਂਟੀਲੇਟਰ ਦੀ ਜ਼ਰੂਰਤ ਸੀ। ਇੱਥੇ ਸਰਕਾਰੀ ਹਸਪਤਾਲ 'ਚ ਪਿਛਲੇ 5 ਸਾਲਾਂ ਤੋਂ ਵੈਂਟੀਲੇਟਰ ਪਏ ਸੀ, ਕਿਸੇ ਨੇ ਵਰਤੇ ਨਹੀਂ ਸੀ, ਮਿੱਟੀ ਨਹੀਂ ਸੀ ਝਾੜੀ। ਹੂੰ ਉਹ ਪਟਿਆਲੇ ਭੇਜ ਦਿੱਤੀ ਗਈ, ਉਹਦੇ ਵਿਚਾਰੇ ਦੀ ਇੱਕ ਬੇਵਕਤ ਮੌਤ ਹੋ ਗਈ। ਜੀ ਜੀ ਇਹੀ ਕਾਰਨ ਅੱਜ ਦੀ ਦਿਹਾੜੀ ਵੀ ਹੈਗਾ ਕਿ ਕੁਝ ਸਾਡੇ ਸਾਥੀਆਂ ਨੂੰ ਦੇਸ਼ ਭਰ ਵਿੱਚ, ਇੱਥੇ ਨਹੀਂ ਕਹਿੰਦਾ, ਦੇਸ਼ ਭਰ ਵਿੱਚ ਆਪਾਂ ਕਈ ਜਗ੍ਹਾ ਰਿਪੋਰਟਾਂ ਦੇਖਦੇ ਹਾਂ ਹੂੰ ਕਿ ਜਦੋਂ ਕਿਸੇ ਨੇ ਜਾ ਕੇ ਕਹਿੰਦਾ ਮੈਨੂੰ ਸਾਹ ਚੜ ਗਿਆ, ਹੂੰ ਉਹਦੇ ਲਾਗੇ ਨਹੀਂ ਕੋਈ ਆਉਂਦਾ। ਹੂੰ ਇਸ ਗੱਲੋਂ ਕਿਸੇ ਨੂੰ ਕੋਈ ਡਰਨ ਦੀ ਲੋੜ ਹਊਆ ਨਹੀਂ। ਹਊਆ ਡਾਕਟਰ ਸਾਹਿਬ ਬਹੁਤ ਜ਼ਿਆਦਾ ਬਣ ਗਿਆ ਸਾਰੇ ਵੈਸੇ ਤਾਂ ਫਰੰਟ ਲਾਈਨ ਵਾਰੀਅਰਸ ਨੇ ਡਾਕਟਰ, ਅਸੀਂ ਸਲਾਮ ਕਰਦੇ ਹਾਂ, ਪਰ ਕੁਝ ਥਾਵਾਂ ਤੇ ਡਾਕਟਰ ਸਾਹਿਬ ਇਦਾਂ ਵੀ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਕਿ ਡਾਕਟਰਾਂ ਦੇ ਵੱਲੋਂ ਵੀ ਵਿਤਕਰਾ ਕੀਤਾ ਜਾ ਰਿਹਾ, ਡਾਕਟਰ ਵੀ ਨਹੀਂ ਦੇਖ ਰਹੇ ਪੇਸ਼ੈਂਟ, ਇਸ ਤਰ੍ਹਾਂ ਦੇ ਬਹੁਤ ਖਬਰਾਂ ਵੀ ਸਾਹਮਣੇ ਆਈਆਂ ਨੇ। ਉਹ ਬਿਲਕੁਲ ਸਹੀ ਗੱਲ ਆ ਜੀ, ਉਹ ਸਿਰਫ ਮੇਰੇ ਹਿਸਾਬ ਨਾਲ ਇੱਕ ਲੈਕ ਆਫ ਕੌਨਫੀਡੈਂਸ ਦੀ ਗੱਲ ਆ। ਹੂੰ ਇਹ ਕੋਈ ਐਡੀ, ਜੇ ਮੈਂ ਸੀਨੀਅਰ ਸਿਟੀਜ਼ਨ ਹੈਗਾ ਉਮਰ ਦੇ ਲਿਹਾਜ਼ ਨਾਲ, ਹੂੰ ਲੇਕਿਨ ਮੈਂ ਨਾ ਇੱਕ ਦਿਨ ਆਪਣੀ OPD ਬੰਦ ਕੀਤੀ, ਨਾ ਮੈਂ ਇੱਕ ਦਿਨ ਆਪਣੇ ਹਸਪੀਟਲ ਜਾਣਾ ਬੰਦ ਕੀਤਾ। ਹੂੰ ਜਿੰਨੇ ਵੀ ਪੇਸ਼ੈਂਟ ਆਉਂਦੇ ਰਹੇ, ਜਿਉਂ ਆਉਂਦੇ ਰਹੇ, ਅਸੀਂ ਹਰ ਇੱਕ ਨੂੰ ਦੇਖਿਆ। ਇਸ ਦਾ ਮਤਲਬ ਇਹ ਨਹੀਂ ਹੈਗਾ, ਸਾਡੇ ਭਰਾਵਾਂ ਨੂੰ ਸਾਰਿਆਂ ਨੇ ਖੁੱਲੇ ਹੋਰ ਤੇ ਤਕੜੇ ਹੋ ਕੇ ਲੜਨਾ ਚਾਹੀਦਾ। ਜੀ ਪ੍ਰੋਟੈਕਸ਼ਨ ਜ਼ਰੂਰ ਲੋੜ ਆ। ਇਹਦੀ ਪ੍ਰੋਟੈਕਸ਼ਨ ਸਾਨੂੰ ਸਿਰਫ ਟੱਚ ਤੋਂ ਹੁੰਦੀ ਆ। ਸਪੋਜ਼ਿੰਗ ਇੱਥੇ ਮੇਰੇ ਸਾਹਮਣੇ ਕੋਈ ਕਰੋਨਾ ਦਾ ਮਰੀਜ਼ ਬਹਿ ਗਿਆ ਤਾਂ ਉਹਦੇ ਲਾਗੇ ਦਾ ਸਰਫੇਸ ਜਿਹੜਾ ਉਹਨੂੰ ਮੈਂ ਟੱਚ ਨਹੀਂ ਕਰਨਾ। ਹੂੰ ਜੇ ਮੇਰੇ ਗਲਵਜ਼ ਪਾਏ ਨੇ, ਇੱਥੇ ਪਾਇਆ ਹੈ ਮੂੰਹ ਤੇ ਪਾਇਆ ਹੈ ਗੋਗਲਸ, ਹੂੰ ਮੈਨੂੰ ਕੋਈ ਖਤਰੇ ਦੀ ਲੋੜ ਨਹੀਂ ਹੈ। ਜੀ ਐਵੇਂ ਬਿਨਾਂ ਗੱਲ ਤੋਂ ਡਰੀ ਜਾਣ ਨਾਲ ਕੁਝ ਨਹੀਂ ਹੁੰਦਾ। ਬਿਲਕੁਲ। ਔਰ ਡਾਕਟਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਕਿ ਡਾਕਟਰਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ, ਕੌਨਫੀਡੈਂਸ ਦੇ ਨਾਲ ਪੂਰਾ ਕਰਨਾ ਚਾਹੀਦਾ। ਹਾਲਾਂਕਿ ਬਹੁਤਾਤ ਦੇ ਵਿੱਚ ਜਿਹੜੇ ਡਾਕਟਰ ਨੇ ਉਹ ਬਹੁਤ ਜ਼ਿਆਦਾ ਕਮਿਊਨਿਟੀ ਨੂੰ ਇਸ ਵੇਲੇ ਸੇਵਾ ਦੇ ਵਿੱਚ ਮਾਧਿਅਮ ਨਾਲ ਵੀ ਕੰਮ ਕਰ ਰਹੇ ਨੇ। ਡਾਕਟਰ ਸਾਹਿਬ, ਇੱਕ ਇਹ ਚੀਜ਼ ਜਾਣਨੀ ਚਾਹੁੰਦੇ ਹਾਂ, ਜਿਸ ਤਰ੍ਹਾਂ ਕਿ ਇਹ ਚੀਜ਼ ਵਾਰ-ਵਾਰ ਕਹੀ ਜਾ ਰਹੀ ਹੈ, ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਵੀ ਲੈ ਕੇ ਕਈ ਤਰ੍ਹਾਂ ਦੇ ਭਰਮ ਨੇ, ਕਈ ਤਰ੍ਹਾਂ ਦੀਆਂ ਅਫਵਾਹਾਂ ਨੇ ਕਿ ਜੀ ਕਮਿਊਨਿਟੀ ਸਪਰੈਡ ਕਰੋਨਾ ਵਾਇਰਸ ਨੂੰ ਲੈ ਕੇ ਜਾਂ ਫਿਰ ਸਟੇਜ 3 ਲੋਕ ਕੁਝ ਕਹਿ ਰਹੇ ਨੇ, ਇਹਦੇ ਬਾਰੇ ਵੀ ਡਾਕਟਰ ਸਾਹਿਬ ਥੋੜਾ ਜਿਹਾ ਸਾਨੂੰ ਜ਼ਰੂਰ ਦੱਸੋ, ਸਰਲ ਭਾਸ਼ਾ ਦੇ ਵਿੱਚ ਲੋਕ ਸਮਝਣ। ਦੇਖੋ ਜੀ, ਕਮਿਊਨਿਟੀ ਸਪਰੈਡ ਉਹ ਤਾਂ ਹੁੰਦੀ ਆ, ਸਮਝੋ ਮੈਨੂੰ ਕਰੋਨਾ ਵਾਇਰਸ ਹੋਇਆ, ਹੂੰ ਲੇਕਿਨ ਮੈਨੂੰ ਉਹਦਾ ਕੋਈ ਤਕਲੀਫ ਨਹੀਂ, ਮੈਨੂੰ ਕੋਈ ਖੰਘ ਨਹੀਂ, ਕੋਈ ਜ਼ੁਕਾਮ ਨਹੀਂ, ਕੋਈ ਬੁਖਾਰ ਨਹੀਂ, ਕੋਈ ਖਾਂਸੀ ਨਹੀਂ। ਹੂੰ ਹਾਂਜੀ, ਮੈਂ ਇੱਧਰ ਤੁਰਿਆ ਫਿਰਿਆ ਕਿਸੇ ਕੋਲ ਖੁੱਲਾ ਹੋ ਕੇ, ਹੂੰ ਉੱਥੇ ਮੈਂ ਮੇਰੇ ਤੋਂ ਕਿਸੇ ਨੂੰ ਹੱਥ ਲੱਗ ਜੇ ਜਾਂ ਕਿਸੇ ਨੂੰ ਕੁਛ
ਮੈਂ ਉਹਦੇ ਸਾਹਮਣੇ ਗੱਲਾਂ ਕਰਦਾ ਰਹਾ ਬਗੈਰ ਮਾਸਕ ਤੋਂ, ਹੂੰ ਤਾਂ ਉਦੋਂ ਤੋਂ ਹੋ ਸਕਦੀ ਆ, ਪਰ ਲੇਕਿਨ ਉਹਦੇ ਤੇ ਵੀ ਉਸੇ ਨੂੰ ਇਫੈਕਟ ਕਰੂਗੀ ਉਹ ਜਿਹੜੇ ਬੰਦੇ ਦੀ ਇਮਿਊਨਿਟੀ ਲੋ ਆ। ਜੋ ਬਰਾਬਰ ਦਾ ਵੀ ਤੁਹਾਡੇ ਵਰਗਾ ਸਟਰੋਂਗ ਬੰਦਾ ਬੈਠਾ ਉਹਨੂੰ ਵੀ ਨਹੀਂ ਪਤਾ ਲੱਗਣਾ। ਸੋ ਇਹਦਾ ਕਮਿਊਨਿਟੀ ਸਪਰੈਡ ਦੇ ਦੋ ਅੰਗ ਹਿੱਸੇ ਨੇ। ਇੱਕ ਤਾਂ ਇਹਨੂੰ ਆਇਡੈਂਟੀਫਾਈ ਕਰਨਾ ਜਿਹੜੇ ਏਸਿਮਟੋਮੈਟਿਕ, ਉਹਦੇ ਲਈ ਸਾਨੂੰ ਬਹੁਤ ਜ਼ਿਆਦਾ ਟੈਸਟਿੰਗ ਦੀ ਜ਼ਰੂਰਤ ਆ। ਬਿਲਕੁਲ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਇਹ ਵੀ ਜਾਣਨੀ ਚਾਹੁੰਦੇ, ਜਿਵੇਂ ਤੁਸੀਂ ਦੱਸਿਆ ਕਿ ਜੇ ਕਿਸੇ ਨੂੰ ਪਤਾ ਨਾ ਹੋਵੇ ਤਾਂ ਉਹ ਲੋਕਾਂ ਦੇ ਵਿੱਚ ਵਿਚਰੇ। ਇਹ ਆਪ ਹੁਣ ਜਿਹੜੇ ਹਜ਼ੂਰ ਸਾਹਿਬ ਤੋਂ ਸੰਗਤ ਇੱਥੇ ਵਾਪਸ ਆਈ ਹੈ, ਕੁਝ ਅਜਿਹੇ ਕੇਸ ਵੀ ਹੈਗੇ ਨੇ ਜਿਨ੍ਹਾਂ ਦੇ ਨਾਲ ਅਸੀਂ ਸ਼ੁਰੂ ਤੋਂ ਰਾਬਤਾ ਰੱਖਿਆ, ਜਿਹੜੇ ਉੱਥੇ ਜਦੋਂ ਫਸੇ ਹੋਏ ਸੀ ਤਾਂ ਅਸੀਂ ਉਹਨਾਂ ਦੀ ਆਵਾਜ਼ ਆਪਣੇ ਮਾਧਿਅਮ ਰਾਹੀਂ ਕਾਫੀ ਜ਼ਿਆਦਾ ਉਠਾਈ ਹੈ ਔਰ ਲੋਕਾਂ ਦੀ ਵਾਪਸੀ ਸੰਭਵ ਹੋ ਪਾਈ ਹੈ। ਔਰ ਹੁਣ ਉਹਨਾਂ ਦੇ ਵਿੱਚੋਂ ਕੁਝ ਲੋਕ ਨੇ, ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ, ਖੰਘ ਜ਼ੁਕਾਮ ਬੁਖਾਰ, ਈਵਨ ਕਿ ਉਹ ਕਹਿੰਦੇ ਨੇ ਕਿ ਜੀ ਸਾਨੂੰ ਸਿਰ ਦਰਦ ਵੀ ਨਹੀਂ ਹੈਗਾ, ਅਸੀਂ ਕਰੋਨਾ ਪੋਜ਼ਿਟਿਵ ਸਾਡੀ ਰਿਪੋਰਟ ਆਈ ਹੈ। ਮੋਗਾ ਸਿਵਲ ਹਸਪਤਾਲ ਦੇ ਵਿੱਚ ਨੇ ਇਸ ਵੇਲੇ। ਉਹਨਾਂ ਦਾ ਕਹਿਣਾ ਕਿ ਪਹਿਲਾਂ ਸਾਨੂੰ ਘਰ ਭੇਜ ਦਿੱਤਾ ਸੀਗਾ ਕਿ ਤੁਸੀਂ ਘਰੇ ਚਲੇ, ਉਸ ਤੋਂ ਬਾਅਦ ਸਾਨੂੰ 1 ਦਿਨ ਬਾਅਦ ਵਾਪਸ ਲੈ ਕੇ ਆਏ ਕਿ ਤੁਹਾਨੂੰ ਆਈਸੋਲੇਟ ਕੀਤਾ ਜਾਵੇਗਾ ਤੇ ਉਹਨਾਂ ਦੇ ਜਿਹੜੇ ਟੈਸਟ ਆਏ ਨੇ ਰਿਪੋਰਟ ਪੋਜ਼ਿਟਿਵ ਆਈ। ਡਾਕਟਰ ਸਾਹਿਬ, ਇਹ ਇਹ ਬਹੁਤ ਵੱਡਾ ਇੱਕ ਬਲੰਡਰ ਇਹਨੂੰ ਮੰਨ ਸਕਦੇ ਆ, ਔਰ ਇਹਦੇ ਕੀ ਇਫੈਕਟ ਹੋ ਸਕਦੇ ਨੇ? ਬਲੰਡਰ ਛੱਡ ਕੇ ਜੀ ਦੇਖੋ, ਇਹ ਕਿਹਦਾ ਜਿਹੜੀ ਪ੍ਰੋਟੋਕੋਲ ਹੈਗੀ ਆ ਕਰੋਨਾ ਦੀ ਜਾਂ ਕਿਸੇ ਵੀ ਵਾਇਰਲ ਇਨਫੈਕਸ਼ਨ ਦੀ ਫੋਰ ਐਗਜ਼ਾਮਪਲ ਹੁੰਦੀ ਹੈ, ਜਦੋਂ ਕਦੇ ਐਪੀਡੈਮਿਕ ਹੋਵੇ, ਪੈਂਡੈਮਿਕ ਹੋਵੇ, ਜਦੋਂ ਵੀ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਬੰਦਾ ਮੂਵ ਕਰਦਾ, ਉਦੋਂ ਉਹਨੂੰ ਉੱਥੋਂ ਚੱਲਣ ਲੱਗੇ ਨੂੰ ਸਮਝਾਇਆ ਜਾਂਦਾ ਕਿ ਭਰਾਵਾ ਉੱਥੇ ਜਾਣ ਤੋਂ ਪਹਿਲਾਂ ਤੈਨੂੰ 2 ਹਫ਼ਤੇ ਅਸੀਂ ਆਪਣੇ ਕੁਆਰੰਟਾਈਨ ਸੈਂਟਰ 'ਚ ਰੱਖਣਾ, ਚਾਹੇ ਤੈਨੂੰ ਕੋਈ ਤਕਲੀਫ ਹੈ ਜਾਂ ਨਹੀਂ ਹੈ। ਹੁਣ ਇਹ ਆਪਣੇ ਲੋਕੀ ਬਾਹਰ ਜਾਂਦੇ ਨੇ ਨਾ, ਹੁਣ ਜਹਾਜ਼ਾਂ ਬਾਹਰਲੇ ਕੈਨੇਡਾ ਵਾਲੇ ਵੀ ਲੈ ਕੇ ਗਏ, ਅਮਰੀਕਾ ਵਾਲੇ ਵੀ ਲੈ ਕੇ ਗਏ ਆ, ਉਹਨਾਂ ਸਾਰਿਆਂ ਨੇ ਉੱਥੇ 2-2 ਹਫ਼ਤੇ ਉਹਨਾਂ ਨੂੰ ਹੋਟਲਾਂ ਵਿੱਚ ਜਾਂ ਫਲੈਟਾਂ ਵਿੱਚ ਰੱਖਿਆ ਜੀ। ਜੇ ਕਿ 2 ਹਫ਼ਤੇ 'ਚ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ, ਉਹਨੂੰ ਘਰ ਭੇਜ ਦਿੰਦੇ ਆ। ਇੱਥੇ ਇਹਨਾਂ ਨੂੰ ਜਿੰਨੇ ਵੀ ਸੰਗਤ ਉੱਥੇ ਗਈ ਸੀ, ਬਲਕਿ ਇਹ ਪ੍ਰਚਾਰ ਕਰਨਾ ਕਿ ਜੀ ਹਜ਼ੂਰ ਸਾਹਿਬ ਤੋਂ ਸੰਗਤ ਆਈ, ਹਜ਼ੂਰ ਸਾਹਿਬ ਤੋਂ ਉੱਥੋਂ ਇੰਨਿਆਂ ਨੂੰ ਪੋਜ਼ਿਟਿਵ ਆ ਗਿਆ, ਇੰਨੀ ਗਿਣਤੀ ਵੱਧ ਗਈ, ਇਹ ਇੱਕ ਨਜਾਇਜ਼ ਪ੍ਰਚਾਰ ਹੈ ਮੇਰੇ ਹਿਸਾਬ ਨਾਲ। ਕਿਸੇ ਵੀ ਜਗ੍ਹਾ ਤੋਂ ਬਾਹਰੋਂ ਕੋਈ ਵੀ ਬੰਦਾ ਆਵੇ, ਉਹਨੂੰ 2 ਹਫ਼ਤੇ ਲਈ ਕੁਆਰੰਟਾਈਨ ਰੱਖਣਾ ਇੱਕ ਲਾਜ਼ਮੀ ਹੈ। ਔਰ ਡਾਕਟਰ ਸਾਹਿਬ, ਡਾਕਟਰ ਗਰੇਵਾਲ ਸਾਹਿਬ, ਇਹ ਚੀਜ਼ ਵੱਡੀ ਗੱਲ ਹੈ ਕਿ ਜਿਹੜੇ ਉੱਥੋਂ ਸੰਗਤ ਆਈ, ਉਹਨਾਂ ਦਾ ਕਹਿਣਾ ਕਿ ਸਾਡੇ 2 ਵਾਰ ਉੱਥੇ ਥਰਮਲ ਸਕੈਨ ਹੋਈ ਹੈ, ਉਸ ਤੋਂ ਬਾਅਦ ਜਦੋਂ ਡੱਬ ਵਾਲੀ ਅਸੀਂ ਐਂਟਰ ਕਰਨ ਲੱਗਿਆ ਫਿਰ ਸਾਡੀ ਥਰਮਲ ਸਕੈਨ ਹੋਈ ਹੈ, ਉਸ ਤੋਂ ਬਾਅਦ ਸਾਨੂੰ ਜਾਣ ਦਿੱਤਾ ਗਿਆ। ਡਾਕਟਰ ਸਾਹਿਬ, ਇੱਕ ਥਰਮਲ ਸਕੈਨ ਬਾਰੇ ਵੀ ਥੋੜਾ ਜਿਹਾ ਦੱਸ ਦਿਓ, ਐਕੂਰੇਸੀ ਨਹੀਂ ਹੁੰਦੀ ਇਹਦੇ ਵਿੱਚ ਕੁਝ ਵੀ? ਥਰਮਲ ਸਕੈਨ ਤਾਂ ਜੀ ਉਹਦਾ ਉਹ ਇਨਫਰਾਰੈਡ ਥਰਮਾਮੀਟਰ ਹੁੰਦਾ ਜੀ, ਉਹ ਸਿਰਫ ਤੁਹਾਡੀ ਬੋਡੀ ਦੀ ਟੈਂਪਰੇਚਰ ਚੈੱਕ ਕਰਦਾ। ਦੂਸਰਾ ਇਹਦਾ ਸ਼ੋਰੈਸਟ ਟੈਸਟ ਤਾਂ ਜਿਹੜਾ ਹੈਗਾ ਤੁਹਾਡਾ RT-PCR ਟੈਸਟ ਹੁੰਦਾ, ਜਿਹੜਾ ਤੁਹਾਡੇ ਨੱਕ ਦੇ ਵਿੱਚੋਂ ਉਹ ਸਵੈਬ ਲੈ ਕੇ ਅੰਦਰ ਗਲੇ ਦੀ ਉਹਦੀ PCR ਕਰਦੇ ਨੇ, ਉਹ ਸ਼ੋਰੈਸਟ ਟੈਸਟ ਹੁੰਦਾ। ਬਾਕੀ ਕੋਈ ਟੈਸਟ ਇਹਦਾ ਸ਼ੋਰ ਨਹੀਂ ਹੁੰਦਾ। ਬਿਲਕੁਲ। ਲੇਕਿਨ ਜਿਹੜੇ ਬੰਦੇ ਨੂੰ ਕੋਈ ਤਕਲੀਫ ਨਹੀਂ ਹੈ, ਕੁਛ ਨਹੀਂ ਹੈ, ਉਹਨੂੰ ਤੁਹਾਨੂੰ ਟੈਸਟ ਕਰਨ ਦੀ ਜ਼ਰੂਰਤ ਸੀ। ਉਹ ਸੰਗਤ ਨੂੰ ਇਹਨਾਂ ਨੂੰ 2 ਹਫ਼ਤੇ ਉੱਥੋਂ ਲਿਆਉਣ ਤੋਂ ਪਹਿਲਾਂ ਹਰ ਇੱਕ ਜ਼ਿਲ੍ਹੇ ਵਾਈਜ਼ ਆਇਡੈਂਟੀਫਾਈ ਕਰਕੇ ਸਾਰੇ ਉੱਥੇ ਉਹਨਾਂ ਨੂੰ ਇੱਥੇ ਆਪਣੇ 2 ਹਫ਼ਤੇ ਰੱਖਦੇ, ਉਹਨਾਂ ਦਾ ਖਾਣ ਪੀਣ ਦਾ ਸਾਰਾ ਇੰਤਜ਼ਾਮ ਕੀਤਾ ਹੁੰਦਾ, ਕੋਈ ਕਨਫਿਊਜ਼ਨ ਨਹੀਂ ਸੀ। ਸ਼ਾਇਦ ਸਿਚੁਏਸ਼ਨ ਹੈ ਜਿਹੜੀ ਇਸ ਤਰ੍ਹਾਂ ਆਊਟ ਆਫ ਹੈਂਡ ਨਾ ਹੁੰਦੀ। ਡਾਕਟਰ ਸਾਹਿਬ, ਇੱਕ ਚੀਜ਼ ਇਹ ਵੀ ਤੁਹਾਡੇ ਤੋਂ ਜਾਣਨੀ ਚਾਹਾਂਗੇ ਕਿ ਪੰਜਾਬ ਦੇ ਵਿੱਚ ਜਿਹੜੀ ਟੈਸਟਿੰਗ ਹੈ, ਜਿਸ ਤਰ੍ਹਾਂ ਕਿ ਪਹਿਲਾਂ ਜਿਵੇਂ ਕਿਹਾ ਜਾ ਰਿਹਾ ਸੀਗਾ ਕਿ ਰੈਪਿਡ ਟੈਸਟਿੰਗ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਕੁਝ ਊਣਤਾਈਆਂ ਸਾਹਮਣੇ ਆਈਆਂ, ਉਹ ਬੰਦ ਕਰ ਦਿੱਤੀ ਗਈ। ਹੁਣ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਆਇਆ ਕਿ ਜੀ 15 ਤਰੀਕ ਤੋਂ ਅਸੀਂ ਜਿਹੜੇ ਆ 6000 ਟੈਸਟ ਰੋਜ਼ ਕਰਾਂਗੇ। ਤੁਹਾਨੂੰ ਨਹੀਂ ਲੱਗਦਾ ਡਾਕਟਰ ਸਾਹਿਬ ਕਿ ਆਪਣੇ ਪ੍ਰੋਫੈਸ਼ਨ ਦੇ ਹਿਸਾਬ ਦੇ ਨਾਲ ਕਿ ਬਹੁਤ ਲੇਟ ਇਹ ਚੀਜ਼ ਸ਼ੁਰੂ ਹੋ ਰਹੀ ਹੈ? ਅਜੇ ਵੀ ਦੇਖੋ ਤੁਸੀਂ 15 ਤਰੀਕ ਤੋਂ ਕਿਹਾ ਜਾ ਰਿਹਾ ਔਰ 21 ਤਰੀਕ ਤੋਂ ਜਨ ਕਰਫਿਊ ਸ਼ੁਰੂ ਹੋਇਆ ਸੀਗਾ, ਆਲਮੋਸਟ 2 ਮਹੀਨੇ ਦਾ ਸਮਾਂ ਹੋ ਜਾਣਾ ਉਦੋਂ ਤੱਕ। ਦੇਖੋ ਜੀ, ਇੱਕ ਪਾਸੇ ਤਾਂ ਸਾਨੂੰ ਫੌਜੀਆਂ ਦੇ ਮੁਕਾਬਲੇ ਕੰਪੇਅਰ ਕੀਤਾ ਜਾ ਰਿਹਾ ਕਿ ਫੌਜ ਲੜਾਈ ਲੜਦੀ ਹੋਵੇ ਤੇ ਮੈਂ ਘਰ ਬੰਦੂਕ ਚੱਕ ਕੇ ਲੈ ਆਇਆ। ਹੁਣ ਇੱਥੇ ਟੋਟਲ ਲੜਾਈ ਚੱਲ ਰਹੀ ਹੈ ਕਰੋਨਾ ਦੇ ਨਾਲ ਜੀ। ਟੈਸਟਾਂ ਲਈ ਅਸੀਂ ਕਹਿੰਦੇ ਬਾਅਦ ਚੱਲਣਗੇ। ਜਿਹਨੇ ਪਹਿਲਾਂ ਵੀ ਟੈਸਟ ਹੋਏ ਆ, ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰੂੰ, ਮੇਰਾ ਇੱਕ ਜਾਤੀ ਤਜਰਬਾ ਆ ਜੀ। ਸਾਡਾ ਇੱਕ ਪੇਸ਼ੈਂਟ ਸੀ, ਉਹਨੂੰ ਉੱਥੇ ਭੇਜਿਆ, ਉੱਥੇ ਦਾਖਲ ਰੱਖਿਆ ਸਿਵਲ ਹਸਪਤਾਲ 'ਚ। ਉਦੋਂ ਸਿਰਫ ਸਰਕਾਰੀ 'ਚ ਹੁੰਦੀ ਸੀ ਜੀ। ਉਹ ਉਸ ਨੂੰ 24 ਘੰਟੇ ਬਾਅਦ ਇਹ ਕਹਿ ਕੇ ਭੇਜਤਾ ਕਿ ਤੇਰਾ ਨੈਗੇਟਿਵ ਆ। ਉਹਦੇ ਲਈ ਮੈਂ ਥਾਂ ਟੈਲੀਫੋਨ ਕਰਕੇ ਥੱਕ ਗਿਆ ਜੀ। ਸਾਨੂੰ ਮੰਨ ਲਿਆ ਤੁਹਾਡੀ ਰਿਪੋਰਟ ਨੈਗੇਟਿਵ ਆ, ਸਾਨੂੰ ਉਹਦੀ ਰਿਟਰਨ ਰਿਪੋਰਟ, ਆਥੈਂਟੀਕੇਟਡ ਰਿਪੋਰਟ ਚਾਹੀਦੀ ਆ। ਉਹ ਸਾਨੂੰ ਅੱਜ ਤੱਕ ਨਹੀਂ ਮਿਲੀ। ਤੇ ਮੈਨੂੰ ਇਹ ਮਰੀਜ਼ਾਂ ਬਾਰੇ ਵੀ, ਜਿਨ੍ਹਾਂ ਨੂੰ ਹਜ਼ੂਰ ਸਾਹਿਬ ਵਾਲਿਆਂ ਬਾਰੇ ਕਿਹਾ ਜਾਂਦਾ, ਇਹਨਾਂ ਬਾਰੇ ਵੀ ਮੈਨੂੰ ਸ਼ੱਕ ਆ ਕਿ ਇਹਨੂੰ ਕਿਸੇ ਨੂੰ ਕੋਈ ਰਿਟਰਨ ਰਿਪੋਰਟ ਦਿੱਤੀ ਹੋਵੇਗੀ। ਇਹ 15 ਤਰੀਕ ਵਾਲੀ ਜਿਹੜੀ ਗੱਲ ਕਰਦੇ ਆ ਨਾ ਜੀ, ਸਰਕਾਰ ਨੇ ਜਾਂ ਆਪਣੀਆਂ ਲੈਬੋਰਟਰੀਆਂ, ਦੇਖੋ ਪੰਜਾਬ 'ਚ 22 ਜ਼ਿਲ੍ਹੇ ਨੇ, 22 ਜ਼ਿਲ੍ਹਿਆਂ 'ਚ 3 ਜ਼ਿਲ੍ਹਿਆਂ 'ਚ ਸਰਕਾਰੀ ਹਸਪਤਾਲ ਨੇ ਜਿੱਥੇ ਕਿ ਟੈਸਟਿੰਗ ਹੁੰਦੀ ਸੀ।
ਅੰਮ੍ਰਿਤਸਰ, ਪਟਿਆਲਾ ਤੇ ਤੁਹਾਡਾ ਫਰੀਦਕੋਟ, ਜੀ ਜੀ ਉਹ ਉੱਥੇ ਲੋਡ ਨਹੀਂ ਹੈਂਡਲ ਕਰ ਸਕਦੇ। ਇਹਨਾਂ ਨੇ ਹੁਣ ਪ੍ਰਾਈਵੇਟ ਲੈਬੋਰੇਟਰੀਜ਼ ਨੂੰ ਕੰਟੈਕਟ ਕੀਤਾ ਹੋਇਆ। ਜੀ ਇੱਕ ਲੈਬੋਰਟਰੀ ਵਾਲਾ ਬੰਦਾ, ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਪੰਜਾਬ ਦੀ ਦਿੱਲੀ ਦੀ ਮਸ਼ਹੂਰ ਲੈਬੋਰਟਰੀ ਆ, ਉਹਨਾਂ ਨੇ ਪੰਜਾਬ ਵਿੱਚ ਇੱਕ ਦਿਨ ਵਿੱਚ 2000 ਟੈਸਟ ਇਕੱਠੇ ਕੀਤੇ ਨੇ ਆ, ਜਿਹੜੇ ਕੁਆਰੰਟਾਈਨ ਵਾਲੇ ਆ ਜਾਂ ਦੂਜੇ ਆ। ਜੀ ਮੇਰਾ ਕਹਿਣ ਦਾ ਮਤਲਬ, ਦੇਖੋ ਇਹ ਰਿਐਕਸ਼ਨ ਕਰਨਾ ਆਫਟਰ ਦੇ ਸਾਡੀ ਤਿਆਰੀ ਨਾ ਹੋਣਾ, ਸਰਕਾਰ ਕੋਲ ਇਹ ਹਿਸਾਬ ਕਿਤਾਬ ਨਹੀਂ ਹੋਣਾ ਕਿ ਵੈਂਟੀਲੇਟਰ ਕਿੰਨੇ ਆ, ਜੀ ਕਿੰਨੇ ਆਈਸੀਯੂ ਬੈੱਡ ਆ, ਕਿੰਨੇ ਸਾਡੇ ਕੋਲ ਮੈਡੀਕਲ ਸਪੈਸ਼ਲਿਸਟ ਆ, ਕਿੰਨੇ ਸਾਡੇ ਕੋਲ ਐਨਸਥੀਸੀਆ ਵਾਲੇ ਆ ਜੇ ਵੈਂਟੀਲੇਟਰ ਦੀ ਲੋੜ ਪੈ ਜੇ। ਕਿਉਂਕਿ ਇਹਦੇ 'ਚ ਵੈਂਟੀਲੇਟਰ ਦੀ ਸਲਾਹ ਤਾਂ ਹੁੰਦੀ ਆ ਕਿ ਜਦੋਂ ਬੰਦਾ ਮਰਦਾ ਉਦੋਂ ਹੀ ਲਾਉਣਾ ਚਾਹੀਦਾ, ਨਹੀਂ ਤਾਂ ਇਸ 'ਚ ਵੈਂਟੀਲੇਟਰ ਨਹੀਂ ਲਾਉਣਾ ਚਾਹੀਦਾ। ਹੋਰ ਬੜੇ ਸਾਧਨ ਹੁੰਦੇ ਜਿਹਦੇ ਨਾਲ ਕਿ ਬੰਦੇ ਦੀ ਮੌਤ ਨੂੰ ਰੋਕਿਆ ਜਾ ਸਕਦਾ। ਜੀ ਸੋ ਇਸ ਕਰਕੇ ਜਿਹੜੀ ਸਾਰੇ ਆਪਣੇ ਹੈਲਥ ਸਿਸਟਮ ਦਾ ਇੱਕ ਬੜੇ ਗਲਤ ਤਰੀਕੇ ਨਾਲ ਦੁਨੀਆ ਭਰ 'ਚ, ਕੀ ਪੰਜਾਬ ਦਾ ਨਹੀਂ ਸਾਰੇ ਦੇਸ਼ ਦਾ ਹੀ ਇੱਕ ਐਕਸਪੋਜ਼ਰ ਹੋਇਆ। ਜੇ ਅੱਜ ਦੀ ਦਿਹਾੜੀ ਆਪਣੇ PGI ਜਾਂ ਆਲ ਇੰਡੀਆ ਇੰਸਟੀਚਿਊਟ ਨਾ ਹੁੰਦੇ, ਮੇਰੇ ਹਿਸਾਬ ਨਾਲ ਰੱਬ ਰਾਖਾ ਸੀ। ਉਹਨਾਂ ਨੂੰ ਧੰਨਵਾਦ, ਉਹਨਾਂ ਨੂੰ ਨਮਸਕਾਰ। ਇਹਨਾਂ ਇੰਸਟੀਚਿਊਸ਼ਨਸ ਨੇ ਹੀ ਸਾਨੂੰ ਬੈਕਫੀਡ ਦਿੱਤੀ ਹੈ ਸਾਰੇ ਸਰਕਾਰਾਂ ਨੂੰ। ਬਿਲਕੁਲ ਇਹਨਾਂ ਇੰਸਟੀਚਿਊਸ਼ਨਸ ਨੇ ਸਾਰੀ ਆਪਣੀ ਅਪਡੇਟ ਕੀਤੀ ਹੈ। ਬਿਲਕੁਲ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈਗਾ ਇਸ ਚੀਜ਼ ਦੇ ਉੱਤੇ, ਜਿੱਥੇ ਤੱਕ ਵੀ ਹੁਣ ਤੱਕ ਕਾਬੂ ਪਿਆ ਇਸ ਦੇ ਵਿੱਚ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਇਹ ਵੀ ਜਾਣਨੀ ਚਾਹਾਂਗੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ 85% ਆ ਜਿਹੜੀ ਜਨਸੰਖਿਆ ਅਫੈਕਟ ਹੋ ਸਕਦੀ ਹੈ, ਔਰ ਉਹਨਾਂ ਨੇ ਕਿਹਾ ਸੀਗਾ ਕਿ ਲੰਮਾ ਸਮਾਂ ਲੜਾਈ ਚੱਲੇਗੀ ਇਸ ਦੇ ਨਾਲ। ਇਹਦੇ ਬਾਰੇ ਕੀ ਕਹੋਗੇ ਤੁਸੀਂ ਇੱਕ ਡਾਕਟਰ ਹੋਣ ਦੇ ਨਾਤੇ? ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜੇ ਹਾਲਾਤ ਨੇ ਹੁਣ, ਇਹ ਕਾਬੂ ਦੇ ਵਿੱਚ ਆਉਣਗੇ ਕਿ ਹੋਰ ਖਰਾਬ ਹੋ ਸਕਦੇ ਨੇ? ਦੇਖੋ ਹਾਲਾਤ ਦੋ ਤਰ੍ਹਾਂ ਦੇ ਨੇ ਜੀ। ਇੱਕ ਤਾਂ ਹੈਗਾ ਡਰ ਤਾਂ ਮਨ ਦਾ ਹੈਗਾ, ਮਨ ਚੋਂ ਕੱਢਣਾ ਪੈਣਾ। ਦੂਸਰਾ ਹੈਗਾ ਬਿਮਾਰੀ ਤੇ ਬਿਮਾਰੀ ਨਾਲ ਮੌਤਾਂ। ਜਿਹੜੇ 85% ਲੋਕ ਇਨਫੈਕਟ ਹੋ ਸਕਦੇ ਆ, ਮੈਂ ਉਹਨਾਂ ਨਾਲ ਐਗਰੀ ਕਰਦਾ ਜੀ, ਪਰ ਉਹਨਾਂ ਚੋਂ ਮੈਜੋਰਿਟੀ ਪੇਸ਼ੈਂਟ ਜਿਹੜੇ ਨਾਨ ਸਿੰਪਟੋਮੈਟਿਕ ਹੋਣਗੇ ਜੀ। ਨਾਨ ਸਿੰਪਟੋਮੈਟਿਕ ਪੇਸ਼ੈਂਟ ਤੋਂ ਸਾਨੂੰ ਉਹਦਾ ਇੱਕੋ ਇਲਾਜ ਰੱਖਣਾ ਪੈਣਾ, ਜਿਹੜਾ ਕਿ ਸੋਸ਼ਲ ਡਿਸਟੈਂਸਿੰਗ ਤੇ ਇਕੱਠੇ ਭੀੜਾਂ 'ਚ ਨਹੀਂ ਜਾਣਾ, ਭੀੜ ਵਾਲੀ ਜਗ੍ਹਾ ਤੇ ਨਹੀਂ ਜਾਣਾ। ਬਾਕੀ ਕੰਮ ਸਾਰੇ ਹਾਂਜੀ। ਪਰ ਡਾਕਟਰ ਸਾਹਿਬ ਇੱਕ ਚੀਜ਼ ਤਾਂ ਇਹ ਵੀ ਹੈ ਨਾ ਕਿ ਹੁਣ ਤਾਂ ਜਿਹੜਾ ਕਰਫਿਊ ਉਹਦੇ ਵਿੱਚ ਵੀ ਢਿੱਲ ਦਿੱਤੀ ਜਾ ਰਹੀ ਹੈ, ਲਗਾਤਾਰ ਸਮੇਂ ਦੇ ਵਿੱਚ ਵੀ ਵਾਧਾ ਕੀਤਾ ਜਾ ਰਿਹਾ। ਪਹਿਲਾਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਦੁਕਾਨਾਂ ਦੀ ਗੱਲ ਕਹੀ ਜਾ ਰਹੀ ਸੀ, ਉਸ ਤੋਂ ਬਾਅਦ 9 ਵਜੇ ਤੋਂ ਲੈ ਕੇ 1 ਵਜੇ ਤੱਕ ਕਰ ਦਿੱਤੀ ਗਈ, ਔਰ ਠੇਕਿਆਂ ਨੂੰ ਵੀ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਲਗਾਤਾਰ ਹੁਣ ਮੈਨੂੰ ਲੱਗਦਾ ਕਿ ਜਿਹੜਾ ਆਰਥਿਕ ਤੌਰ 'ਤੇ ਫਾਈਨੈਂਸ਼ੀਅਲ ਕ੍ਰਾਈਸਿਸ ਇੰਨਾ ਸਰਕਾਰਾਂ ਦੇ ਉੱਤੇ ਭਾਰੂ ਹੋ ਰਿਹਾ, ਉਹਨਾਂ ਵੱਲੋਂ ਇਹ ਚੀਜ਼ ਆਪਣੇ ਗਲੋਂ ਇਹ ਚੀਜ਼ ਲਾਈ ਜਾ ਰਹੀ ਹੈ, ਹੌਲੀ ਹੌਲੀ ਖੋਲ੍ਹਿਆ ਜਾ ਰਿਹਾ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਮਾਸਕ ਪਾਉਣ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਮਾਸਕ ਨਹੀਂ ਪਾਓਗੇ ਚਲਾਨ ਹੋਊਗਾ, ਸੋਸ਼ਲ ਡਿਸਟੈਂਸਿੰਗ ਨੂੰ ਪਾਰਟ ਆਫ ਲਾਈਫ ਬਣਾਓ। ਦੇਖੋ ਇਹ ਬਿਲਕੁਲ ਠੀਕ ਆ, ਜਿੰਨਾ ਚਿਰ ਇਹਦੀ ਕੋਈ ਵੈਕਸੀਨ ਨਹੀਂ ਹੁੰਦੀ। ਵੈਕਸੀਨ ਆਊਗੀ ਤੇ ਵੈਕਸੀਨ ਮਾਸ ਸਕੇਲ ਤੇ ਉਹਦੀ ਪ੍ਰੋਡਕਸ਼ਨ ਨਹੀਂ ਹੁੰਦੀ ਕਿ ਤੁਸੀਂ ਚਾਹੋ ਮੈਂ ਚਾਹਾਂ ਆਪਾਂ ਇੱਕ ਟੈਲੀਫੋਨ ਕਰੀਏ ਤੇ ਵੈਕਸੀਨ ਆ ਜਾਏ ਤਾਂ ਆਪਾਂ ਲਵਾ ਲਈਏ। ਉਹਨਾਂ ਚਿਰ ਤਾਂ ਪ੍ਰੀਕਾਸ਼ਨ ਰੱਖਣੇ ਪੈਣੇ। ਕਰੋਨਾ ਹੁਣ ਆ ਗਿਆ, ਇਹ ਪੱਕਾ ਆਪਣਾ ਮਹਿਮਾਨ ਨਹੀਂ ਹੈਗਾ, ਇਹ ਆਪਣਾ ਇੱਥੇ ਨਾਲ ਦਾ ਸਾਥੀ ਆ। ਆਪਾਂ ਨੂੰ ਇਹਦੇ ਨਾਲ ਜੀਣਾ ਸਿੱਖਣਾ, ਪਰ ਜੀਣ ਲਈ ਸਿੱਖਣ ਲਈ ਕੁਛ ਲਾਈਫ ਸਟਾਈਲ ਚੇਂਜਸ ਕਰਨੀਆਂ ਪੈਣੀਆਂ ਨੇ। ਫਿਰ ਵੀ ਮੈਂ ਕਹਿੰਦਾ ਇੰਨੀ ਚਿੰਤਾ ਵਾਲੀ ਲੋੜ ਨਹੀਂ ਹੈ ਜਿੰਨਾ ਕਿ ਇਹਦਾ ਪੈਨਿਕ ਕੀਤਾ ਜਾ ਰਿਹਾ। ਇਸੇ ਕਰਕੇ ਹੀ ਮੇਰਾ ਖਿਆਲ ਇਸੇ ਸੋਚ ਨੂੰ ਰੱਖ ਕੇ ਹੀ ਸ਼ਾਇਦ ਸਰਕਾਰ ਨੇ ਕਰਫਿਊ ਲਿਫਟ ਕਰਨਾ ਸ਼ੁਰੂ ਕੀਤਾ। ਲੇਕਿਨ ਲੋਕਾਂ ਨੂੰ ਮੇਰੇ ਹੱਥ ਜੋੜ ਕੇ ਬੜੀ ਬੇਨਤੀ ਆ ਕਿ ਸੋਸ਼ਲ ਡਿਸਟੈਂਸਿੰਗ, ਮਾਸਕ ਤੇ ਸੈਨੀਟਾਈਜ਼ਰ ਤੇ ਆਪਣੇ ਗਲਵਜ਼, ਇਹਨਾਂ ਦਾ ਜ਼ਰੂਰ ਇਸਤੇਮਾਲ ਕਰਨ, ਕਿਉਂਕਿ ਜੇ ਇਹਨਾਂ ਦਾ ਕਰਦੇ ਰਹਿਣਗੇ ਤੇ ਮੇਰਾ ਖਿਆਲ ਉਹਨਾਂ ਕੋਰੋਨਾ ਦੇ ਨੇੜੇ ਦੇ ਨਹੀਂ ਲੰਘ ਸਕਦਾ ਉਹਨਾਂ ਦੇ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼, ਕੁਝ ਆਖਰੀ ਸਵਾਲ ਹੈਗੇ ਨੇ। ਇੱਕ ਚੀਜ਼ ਇਹ ਵੀ ਪੁੱਛਣੀ ਚਾਹੁੰਦੇ ਆ ਕਿ ਇਸ ਤਰ੍ਹਾਂ ਦੀਆਂ ਜੋ ਵੀਡੀਓ ਬਹੁਤ ਵਾਇਰਲ ਹੋ ਰਹੀਆਂ, ਲੋਕ ਵੀ ਵਿਹਲੇ ਨੇ, ਘਰਾਂ ਦੇ ਵਿੱਚ ਨੇ, WhatsApp 'ਤੇ ਵੀਡੀਓ ਫਾਰਵਰਡ ਹੋ ਕੇ ਆ ਜਾਂਦੀ ਹੈ, Facebook 'ਤੇ ਆ ਜਾਂਦੀ ਹੈ, ਕਈ ਤਰ੍ਹਾਂ ਦੇ ਇਲਾਜ ਦੱਸੇ ਜਾ ਰਹੇ ਨੇ। ਤੁਸੀਂ 1 ਮਿੰਟ ਸਾਹ ਰੋਕ ਕੇ ਦੇਖੋ ਕਿ ਜੇ ਤੁਸੀਂ ਰੋਕ ਸਕਦੇ ਤੁਹਾਨੂੰ ਕਰੋਨਾ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਟੋਟਕੇ ਜੇ ਲੋਕ ਇੱਕ ਦੂਜੇ ਦੇ ਨਾਲ ਸਾਂਝੇ ਕਰ ਰਹੇ ਨੇ, ਇਹਦੇ ਚੀਜ਼ ਦੀ ਵੀ ਡਾਕਟਰ ਸਾਹਿਬ ਕੋਈ ਸੱਚਾਈ ਹੈ, ਕੋਈ ਆਧਾਰ ਹੈ ਕਿ ਨਹੀਂ ਇਹ ਚੀਜ਼ਾਂ ਹੈਗੀਆਂ? ਦੇਖੋ ਜੀ, ਮੈਂ ਤਾਂ ਇਹਨਾਂ ਵੀਡੀਓ ਨੇ ਸਮਝਦਾ ਕਿ ਤੁਹਾਡੇ ਮਾਈਂਡ ਦਾ ਸਟੇਟਸ ਚੇਂਜ ਕਰਨ ਲਈ ਉਹਨਾਂ ਨੇ ਰੱਖੀਆਂ ਹੋਈਆਂ ਨੇ ਕਿ ਤੁਸੀਂ ਹੁਣ ਘਰ ਸਾਰੇ ਵਿਹਲੇ ਬੈਠੇ ਨੇ ਲੋਕਡਾਊਨ 'ਚ, ਕਿ ਉਹਨਾਂ ਨੂੰ ਕਿਸੇ ਪਾਸੇ ਕੰਮ ਲਾ ਦਿਓ। ਹਾਂ, ਇਸ ਕੋਈ ਸ਼ੱਕ ਨਹੀਂ ਕਿ ਰੈਸਪੀਰੇਟਰੀ ਐਕਸਰਸਾਈਜ਼ ਵੈਸੇ ਵੀ ਤੁਹਾਨੂੰ ਕਰੋਨੇ ਤੋਂ ਬਗੈਰ ਵੀ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਕੋਈ ਵੀ ਐਲਰਜੀ ਹੋ ਜਾਏ ਕਿਸੇ ਨੂੰ, ਜਿਵੇਂ ਅੱਜ ਕੱਲ੍ਹ ਮੌਸਮ ਬਦਲਦਾ ਪਿਆ, ਠੰਡ ਤੋਂ ਬਾਅਦ ਗਰਮੀ ਆਉਣੀ ਸ਼ੁਰੂ ਹੋ ਗਈ, ਕਦੇ ਮੀਂਹ ਪੈ ਜਾਂਦਾ, ਕਦੇ ਧੁੱਪ ਆ ਜਾਂਦੀ ਆ, ਉਹ ਟੈਂਪਰੇਚਰ ਵੱਧਦੀ ਘਟਦੀ ਆ, ਉਹਦੇ ਵਿੱਚ ਕਿਸੇ ਨੂੰ ਮਾੜੀ ਮੋਟੀ ਐਲਰਜੀ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਕਰੋਨਾ ਹੋਵੇ ਜੀ।
ਉਹਨਾਂ ਸਾਰਿਆਂ ਲਈ ਜਿਹੜੀਆਂ ਛਾਤੀ ਦੀਆਂ ਐਕਸਰਸਾਈਜ਼ਾਂ ਹੁੰਦੀਆਂ, ਲੰਬੇ ਸਾਹ ਲੈ ਕੇ ਰੋਕ ਲੈਣਾ ਫਿਰ ਕੱਢ ਦੇਣਾ, ਇਹ ਕੋਈ ਇਹਦਾ ਇਲਾਜ ਨਹੀਂ ਹੈ। ਇਹ ਇੱਕ ਵੈਸੇ ਲੰਗਸ ਦੀ, ਫੇਫੜਿਆਂ ਦੀ ਸਿਹਤ ਲਈ ਚੰਗੀ ਐਕਸਰਸਾਈਜ਼। ਠੀਕ ਹੈ, ਹਾਂਜੀ ਬਿਲਕੁਲ। ਵੈਸੇ ਵੀ ਫਿਜ਼ੀਕਲ ਫਿਟਨੈਸ ਜਿੰਨੀ ਚੰਗੀ ਹੋਊਗੀ ਤੁਹਾਡੀ, ਉਨੀ ਤੁਹਾਡੀ ਇਮਿਊਨਿਟੀ ਵਧੀਆ ਹੋਊਗੀ ਜੀ। ਠੀਕ ਹੈ ਡਾਕਟਰ ਸਾਹਿਬ, ਇਮਿਊਨਿਟੀ ਹੋਊਗੀ ਤਾਂ ਤੁਸੀਂ ਵੈਸੇ ਕੋਰੋਨਾ ਤੋਂ ਠੀਕ ਰਹੋਗੇ। ਠੀਕ ਹੈ। ਅੱਛਾ ਡਾਕਟਰ ਸਾਹਿਬ, ਇੱਕ ਆਖਰੀ ਸਵਾਲ ਹੈਗਾ। ਆਮ ਤੌਰ 'ਤੇ ਅਸੀਂ ਜਦੋਂ ਲਾਈਵ ਹੁੰਦੇ ਆ, ਜਿਹੜੇ ਲਾਈਵ ਕਮੈਂਟਸ ਚੱਲਦੇ ਹੁੰਦੇ ਨੇ, ਕੁਝ ਲੋਕ ਇਸ ਤਰ੍ਹਾਂ ਦੀਆਂ ਵੀ ਲੋਕਾਂ ਦੇ ਵਿੱਚ ਅਫਵਾਹਾਂ ਹੈਗੀਆਂ ਨੇ ਕਿ ਜਿਹੜਾ ਸ਼ਰਾਬ ਦਾ ਸੇਵਨ ਆ, ਕਹਿੰਦੇ ਜੀ ਉਹ ਵੀ ਇਸ ਚੀਜ਼ ਤੋਂ ਬਚਾਅ ਕਰਦਾ। ਇਹਦਾ ਵੀ ਕੋਈ ਆਧਾਰ ਹੈਗਾ ਕਿ ਇਹ ਸਭ ਨਿਰੀਆਂ ਅਫਵਾਹਾਂ ਨੇ? ਦੇਖੋ ਜੀ, ਵਾਹ ਵੀ ਨਹੀਂ, ਬੜੀ ਗਲਤਫਹਿਮੀ ਹੈਗੀ ਆ ਕਿ ਸ਼ਰਾਬ ਇਹਦਾ ਕੋਈ ਇਲਾਜ ਹੈ ਜਾਂ ਸ਼ਰਾਬ ਇਹ ਤੋਂ ਬਚਾਉਂਦੀ ਹੈ। ਜੀ ਜੀ। ਇਸ ਗੱਲੋਂ ਕੋਈ ਇਹੋ ਜਿਹੀ ਚੀਜ਼ ਨਹੀਂ ਆਈ ਜਿਹੜੀ ਕਿ ਇਸ ਦਾ ਬਚਾਅ ਕਰੇ, ਬਲਕਿ ਸ਼ਰਾਬੀ ਨੂੰ ਜੇ ਤਕਲੀਫ ਹੋਊਗੀ ਤੇ ਉਹਦੀ ਸ਼ਰਾਬ ਪੀਤੀ ਹੋਊਗੀ, ਉਹ ਹੋ ਸਕਦਾ ਆਪਣੇ ਸਿੰਪਟਮਸ ਨੂੰ ਰੈਕੋਗਨਾਈਜ਼ ਨਾ ਕਰ ਸਕੇ ਤੇ ਕੰਪਲੀਕੇਸ਼ਨ ਖੜੀ ਕਰ ਸਕਦਾ। ਸੋ ਇਸ ਕਰਕੇ ਸ਼ਰਾਬ ਦਾ, ਇਹ ਤੋਂ ਬਚਣ ਦਾ ਕੋਈ ਤਰੀਕਾ ਨਹੀਂ। ਇਹ ਤਾਂ ਜਿਨ੍ਹਾਂ ਦੀ ਛੁੱਟ ਗਈ ਮਹੀਨਾ, ਇਹ ਤਾਂ ਰੱਬੋਂ ਛੁੱਟ ਗਈ। ਮੇਰੇ ਹਿਸਾਬ ਨਾਲ ਸਰਕਾਰ ਦੇ ਡੀ ਐਡਿਕਸ਼ਨ ਸੈਂਟਰਾਂ ਨੂੰ ਕਈਆਂ ਨੂੰ ਧੱਕਾ ਲੱਗੂਗਾ, ਕਿਉਂਕਿ ਵੈਸੇ ਘਰ ਬੈਠਿਆਂ ਦੀ ਡੀ ਐਡਿਕਸ਼ਨ ਹੋ ਗਈ ਉਹਨਾਂ ਦੀ ਜੀ, ਜਿਨ੍ਹਾਂ ਨੂੰ ਸ਼ਰਾਬ ਨਹੀਂ ਮਿਲੀ। ਸੋ ਸ਼ਰਾਬ ਦਾ ਇਹ ਤੋਂ ਬਚਣ ਲਈ ਜਾਂ ਇਹਦੇ ਇਲਾਜ ਵਜੋਂ ਕੋਈ ਰੋਲ ਨਹੀਂ ਹੈ। ਸਿਰਫ ਇਹ ਤੋਂ ਜਿਹੜੀ ਦਵਾਈਆਂ ਉਹਨੇ ਟਰੰਪ ਨੇ ਮੰਗਾਈਆਂ ਸੀ ਆਪਾਂ ਤੋਂ ਜੀ, HCQ ਦੀਆਂ ਗੋਲੀਆਂ ਜੀ ਜੀ, ਉਹ ਗੋਲੀਆਂ ਵੀ ਸਿਰਫ ਨਾ ਸੋਜਿਸ਼ ਘਟਾਉਣ ਵਾਲੀਆਂ ਨੇ ਜੀ। ਉਹਦੀ ਟਰਾਇਲ ਹੋ ਰਹੀ ਹੈ ਇਹਦੇ ਤੇ, ਕਿਉਂਕਿ ਜਦੋਂ ਤੁਹਾਨੂੰ ਕੋਈ ਵੀ ਇਨਫੈਕਸ਼ਨ ਉਹਦੇ ਸਰੀਰ ਵਿੱਚ, ਤਾਂ ਕਈ ਅੰਗਾਂ 'ਚ ਸੋਜਿਸ਼ ਆ ਜਾਂਦੀ ਹੈ, ਜਿਵੇਂ ਦਿਲ ਹੋਇਆ, ਫੇਫੜੇ ਹੋਏ, ਦਿਮਾਗ ਹੋਏ। HCQ ਜਿਹੜੀ ਹੈ ਉਹ ਤੁਹਾਡੀ ਸੋਜਿਸ਼ ਨੂੰ ਘਟਾਉਂਦੀ ਆ। ਇਹ ਬੜੀ ਕਾਮਨਲੀ ਗਠੀਏ ਦੇ ਵਿੱਚ ਵਰਤਦੇ ਹਾਂ ਅਸੀਂ ਜੀ, ਤੇ ਲੇਕਿਨ ਇਹ ਵੀ ਆਮ ਲੋਕਾਂ ਦੇ ਵਰਤਣ ਵਾਲੀ ਦਵਾਈ ਨਹੀਂ ਹੈ ਜੀ। ਇਹ ਉਹਨਾਂ ਲਈ ਹੈ ਜਿਹੜੇ ਹੈਲਥ ਕੇਅਰ ਨਾਲ ਇਨਵੋਲਵਡ ਹੈਗੇ ਨੇ ਜੀ। ਅੱਛਾ ਡਾਕਟਰ ਸਾਹਿਬ, ਇੱਕ ਸਵਾਲ ਹੋਰ ਹੈ ਇਹਦੇ ਨਾਲ ਦਾ ਹੀ। ਡਾਕਟਰ ਸਾਹਿਬ, ਜਿਹੜੀ ਇਹਦੀ ਇਲਾਜ ਹੈ, ਜਿਹੜੀ ਇਹਦੀ ਦਵਾਈ ਹੈ ਜਾਂ ਕੋਈ ਇਹਦੀ ਵੈਕਸੀਨ ਹੈ, ਲੱਭਣ ਦੇ ਵਿੱਚ ਬਹੁਤ ਦੇਰ ਲੱਗ ਰਹੀ ਹੈ। ਪਰ ਆਮ ਤੌਰ 'ਤੇ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਕਿ ਇੱਕ ਸਫਲ ਟੈਸਟ ਹੋ ਗਿਆ ਜਾਂ ਇਹ ਕੀਤਾ ਜਾ ਰਿਹਾ ਕਿ ਜਿਹੜਾ ਮਰੀਜ਼ ਠੀਕ ਹੋਇਆ ਉਹਦੇ ਵਿੱਚੋਂ ਐਂਟੀਬੋਡੀਜ਼ ਲੈ ਕੇ ਇਹਦੇ ਨਾਲ ਟੈਸਟ ਕੀਤਾ ਜਾ ਰਿਹਾ। ਸਰੀਰ ਦੇ ਵਿੱਚ ਤੁਹਾਡੇ ਕੋਈ ਵੀ ਇਨਫੈਕਸ਼ਨ ਹੁੰਦੀ ਆ, ਉਹਦੇ ਸਰੀਰ ਦਾ ਜਿਹੜਾ ਡਿਫੈਂਸ ਸਿਸਟਮ ਹੁੰਦਾ ਜੀ ਜੀ, ਉਹਨੂੰ ਐਂਟੀਬੋਡੀਜ਼ ਕਹਿੰਦੇ ਆ ਅਸੀਂ ਜੀ। ਉਹ ਐਂਟੀਬੋਡੀ ਜਿਹੜਾ ਬੰਦਾ, ਜਿਵੇਂ ਏਸਿਮਟੋਮੈਟਿਕ ਬੰਦਾ ਠੀਕ ਹੋ ਗਿਆ ਜੀ, ਜ਼ਿਆਦਾ ਇਨਫੈਕਸ਼ਨ ਹੋਵੇ, ਉਹਦੇ ਬਲੱਡ ਵਿੱਚ ਉਸ ਵਾਇਰਸ ਦੇ ਖਿਲਾਫ, ਉਸ ਬਿਮਾਰੀ ਦੇ ਖਿਲਾਫ ਐਂਟੀਬੋਡੀਜ਼ ਹੋਣਗੀਆਂ। ਐਂਟੀਬੋਡੀਜ਼ ਹੋਣ ਕਰਕੇ ਉਹਦਾ ਪਲਾਜ਼ਮਾ ਕੱਢ ਕੇ ਇਹਨਾਂ ਨੇ ਕੁਛ ਮਰੀਜ਼ਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਕੁਛ ਨੂੰ ਇਹਦਾ ਫਾਇਦਾ ਵੀ ਹੋਇਆ, ਲੇਕਿਨ ਹਜੇ ਇਹ ਐਕਸੈਪਟਡ ਨਾਰਮ ਆਫ ਟ੍ਰੀਟਮੈਂਟ ਨਹੀਂ ਹੈ। ਇਹਨੂੰ ਟਰਾਇਲ ਸਟੇਜ ਤੇ ਕਹਿ ਸਕਦੇ ਹਾਂ। ਜਿਹੜਾ ਪਲਾਜ਼ਮਾ ਐਂਟੀਬੋਡੀਜ਼ ਕਹਿੰਦੇ ਹਾਂ ਅਸੀਂ, ਪੇਸ਼ੈਂਟ ਤੋਂ ਲੈ ਕੇ ਦੂਜੇ ਜਿਹੜਾ ਸੀਰੀਅਸ ਪੇਸ਼ੈਂਟ ਆ ਉਹਨੂੰ ਚਾੜ ਦਿੱਤੀਆਂ ਜਾਣ ਤਾਂ ਕਿ ਉਹਦਾ ਡਿਫੈਂਸ ਸਿਸਟਮ ਹੋਰ ਤਕੜਾ ਹੋ ਜਾਏ ਤੇ ਉਹ ਵਾਇਰਸ ਚੋਂ ਨਿਕਲੇ ਆਵੇ ਜੀ। ਠੀਕ ਹੈ ਡਾਕਟਰ ਸਾਹਿਬ, ਇਹ ਹਜੇ ਐਕਸੈਪਟਡ ਨਾਰਮ ਆਫ ਟ੍ਰੀਟਮੈਂਟ। ਠੀਕ ਹੈ, ਧੰਨਵਾਦ ਡਾਕਟਰ ਸਾਹਿਬ, ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।